अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ ਵਿੱਚ ਇੱਥੇ ਬਾਹਰ ਦਰਜਾ ਹਰਾਰਤ 25 ਡਿਗਰੀ ਸੈਂਟੀਗ੍ਰੇਡ ਹੈ। ਅਗਲੇ ਇੱਕ ਹਫਤਾ ਪੂਰਾ ਇਸੇ ਤਰ੍ਹਾਂ ਰਹੇਗਾ 24 25 24। ਮੈਨੂੰ ਯਾਦ ਹੈ ਪਿਛਲੇ ਸਾਲ ਸਤੰਬਰ 'ਚ ਕਾਫੀ ਗਰਮੀ ਸੀ। ਆਈ ਡੋਂਟ ਨੋ ਵੈਦਰ ਸਤੰਬਰ 'ਚ ਫਿਰ ਗਰਮੀ ਆ ਜਾਏਗੀ, लेकिन फ़िलहाल मौसम बहुत अच्छा है। बड़ी अच्छी ज़िंदगी है, बड़ा अच्छा माहौल है, बड़ा अच्छा एनवायरनमेंट है ਜਿਹਦੇ 'ਚ ਅਸੀਂ ਰਹਿ ਰਹੇ ਹਾਂ। ਔਰ ਇਹ ਨੇਮਤਾਂ ਨੇ ਰੱਬ ਦੀਆਂ ਜਿਨ੍ਹਾਂ ਦਾ ਸ਼ੁਕਰ ਅਦਾ ਕਰਨਾ ਪੈਂਦਾ। ਕੁਦਰਤ ਦੀਆਂ ਕੁਦਰਤ ਵੱਲੋਂ ਤੁਹਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਗਈਆਂ, ਜਿਹੜੀਆਂ ਫ੍ਰੀ ਨੇ ਸਭ ਨੂੰ, ਔਰ ਨਾ ਜਾਣੇ ਅਸੀਂ ਕਿਉਂ ਇਹਨਾਂ ਭੁੱਲ ਭੁਲੱਈਆਂ 'ਚ ਪਏ ਹੋ। ਪਾਕਿਸਤਾਨ ਦੀਆਂ ਖਬਰਾਂ ਬਿਲਕੁਲ ਉਸੇ ਤਰ੍ਹਾਂ ਨੇ, ਬਰਬਾਦੀ ਤਬਾਹੀ ਦੀਆਂ। ਇੱਕ ਖਬਰ ਕਿ ਜੀ ਕੱਲ ਲਾਹੌਰ ਸਿਆਲਕੋਟ ਡੁੱਬ ਜਾਏਗਾ, ਤਬਾਹੀ ਆ ਰਹੀ ਆ, ਸਲਾਬੀ ਰੇਲਾ ਬਹੁਤ ਵੱਡਾ ਆ ਰਿਹਾ। एक खबर जी कि इमरान खान ने किहा आ कि अपना क्यों ज़िमनी इलैक्शन लड़ रहे हो, और ये ਜਿਹੜੀਆਂ ਕਮੇਟੀਆਂ ਨੇ ਅਸੈਂਬਲੀ 'ਚ ਉਹਨਾਂ ਤੋਂ ਵੀ ਨਿਕਲੋ ਤੁਸੀਂ ਔਰ ਬਾਈਕਾਟ ਕਰੋ ਇਸ ਨਿਜ਼ਾਮ ਦਾ। ਬਈ ਬਾਬਾ ਤੂੰ ਜਦੋਂ ਉਦੋਂ ਪੰਜਾਬ ਔਰ ਉਹਦੀਆਂ ਕੀਤੀਆਂ ਸੀ, ਹੁਣ ਵੀ ਨਾ ਤੁਸੀਂ ਜੁਆਇਨ ਕਰਦੇ, ਤੁਸੀਂ ਜੁਆਇਨ ਕੀਤਾ ਤੇ ਫਿਰ ਇਸੇ ਤਰ੍ਹਾਂ ਹੁੰਦਾ। 2013 'ਚ ਵੀ ਇਮਰਾਨ ਖਾਨ ਨੇ ਗਲਤੀ ਕੀਤੀ ਸੀ, ਉਹਨੇ ਸਰਹੱਦ ਦੀ ਹਕੂਮਤ ਲਈ, ਠੀਕ ਹੈ ਨਾ ਜੀ, ਉਹਨੂੰ ਦਿੱਤੀ ਗਈ ਔਰ ਇਸ ਤਰ੍ਹਾਂ ਇਮਰਾਨ ਖਾਨ ਫਸਿਆ ਜਾਂਦਾ। ਬਾਕੀ ਇਮਰਾਨ ਖਾਨ ਦੀ ਜਿੰਨੀ ਵੀ ਟੀਮ ਹੈ ਉਹਨਾਂ ਸਭ ਨੂੰ ਸਵਾਏ ਪੈਸੇ ਤੋਂ, ਸਵਾਏ ਧੰਦੇ ਤੋਂ ਹੋਰ ਕੋਈ ਕੰਮ ਨਹੀਂ, ਸ਼ੋਹਰਤ ਔਰ ਇਹ ਚੀਜ਼ਾਂ। ਆਈ ਡੋਂਟ ਨੋ ਇਮਰਾਨ ਖਾਨ ਬਾਹਰ ਆਏਗਾ ਵੀ, ਬਾਹਰ ਆ ਕੇ ਵੀ ਕੁਛ ਕਰ ਸਕੇਗਾ ਜਾਂ ਨਹੀਂ, ਇਹਦੇ ਬਾਰੇ 'ਚ ਕਹਿਣਾ ਬੜਾ ਇਸ ਵਕਤ ਮੁਸ਼ਕਿਲ ਹੈ। ਮਨੀਰਾ ਮਿਸਤਰੀ ਸ਼ੂਗਰ ਬਹੁਤ ਮਜ਼ਬੂਤ ਹੈ। ਇੱਕ ਦੋ ਕਮੈਂਟਸ ਮੈਂ ਉਹਦੇ ਬਾਰੇ ਦੇਖ ਰਿਹਾ ਸੀ ਜਿਹੜੇ ਮੈਂ ਰਿਕਾਰਡ ਕੀਤੇ, ਬਹੁਤ ਜ਼ਬਰਦਸਤ ਸੀ। ਮੈਨੂੰ ਨੰਬਰ ਦੀ ਵਜ੍ਹਾ ਨਾਲ ਬੜੇ ਸਾਰੇ ਲੋਕ ਰਾਬਤੇ ਕਰ ਰਹੇ ਨੇ ਮੁਖਤਲਿਫ ਮੁਲਕਾਂ ਤੋਂ। ਦਰਅਸਲ ਇਹ ਨੰਬਰ ਮੈਂ ਤੁਹਾਨੂੰ ਇਸ ਲਈ ਦਿੱਤਾ ਕਿ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਮੈਨੂੰ ਚਾਹਣੇ ਵਾਲੇ ਨੇ, ਇਨ ਕੇਸ ਮੇਰਾ ਵੀਲੌਗ ਬਲੌਕ ਹੋ ਜਾਂਦਾ ਆ, ਮੇਰਾ YouTube ਚੈਨਲ ਬਲੌਕ ਹੋ ਜਾਂਦਾ ਆ, ਡਾਊਨ ਕਰ ਦਿੰਦੇ ਨੇ, ਤੇ ਫਿਰ ਤੁਸੀਂ ਐਟਲੀਸਟ ਮੇਰੇ ਨਾਲ WhatsApp 'ਤੇ ਰਾਬਤੇ 'ਤੇ ਹੋਵੋ ਤਾਂ ਕਿ ਮੈਂ ਜਿਹੜੇ ਨਏ ਮੋਡ ਤੋਂ, Facebook ਤੋਂ, Instagram ਤੋਂ, ਜਿੱਥੋਂ ਵੀ ਕੋਈ ਵੀਲੌਗ ਪਾਇਆ ਕਰਾਂ, ਤੁਸੀਂ ਉਹ ਦੇਖਦੇ ਰਿਹਾ ਕਰੋ। ਤੇ ਬਹੁਤ ਅੱਛਾ ਓਵਰਸੀਜ਼ ਲੋਕਾਂ ਨੂੰ ਫਿਰ ਕੁਛ ਇਦਰਾਕ ਹੈ ਕਿ ਸਾਡੀਆਂ ਜ਼ਿੰਦਗੀਆਂ ਕਿੱਧਰ ਜਾ ਰਹੀਆਂ, ਅਸੀਂ ਕੀ ਕਰ ਰਹੇ। ਉਹ ਨਟਿੰਗਮ ਤੋਂ ਲੜਕਾ ਅਰਸ਼ਦ ਮੈਨੂੰ ਬੁਲਾ ਰਿਹਾ ਆ। ਮੈਂ ਕਿਹਾ ਯਾਰ ਇੱਕ ਬੰਦੇ ਦੀ ਅਗਰ ਮੈਂ ਜ਼ਿੰਦਗੀ ਬਚਾ ਸਕਦਾ ਤੇ ਲੰਦਨ ਆਉਣਾ ਤੇ ਮੇਰੇ ਲਈ ਕੋਈ ਕੰਮ ਨਹੀਂ, ਮੈਂ ਦੁਨੀਆ ਦੇ ਕਿਸੇ ਕੋਨੇ 'ਤੇ ਵੀ ਜਾ ਸਕਦਾ ਹਾਂ। ਲੇਕਿਨ ਇਹ ਜ਼ਿੰਦਗੀ ਹੈ ਕੀ ਹੈ। ਮੈਂ ਤੁਹਾਨੂੰ ਇੱਕ ਕੱਲ ਮੈਨੂੰ ਖਾਲਿਦ ਮੁਮਤਾਜ਼ ਸਾਹਿਬ ਨੇ ਭੇਜਿਆ ਇੱਕ 15 ਸਾਲਾ ਬੱਚੇ ਦਾ ਨੋਟ ਖੁਦਕਸ਼ੀ ਤੋਂ ਪਹਿਲਾਂ। ਆਈ ਡੋਂਟ ਨੋ ਹਾਊ ਹੀ ਮੇਡ ਅਪ ਦੈਟ ਨੋਟ, ਲੇਕਿਨ ਉਹ ਬਹੁਤ ਜ਼ਬਰਦਸਤ ਨੋਟ ਸੀ ਇਨ ਦਾ ਸੈਂਸ ਕਿ ਮਤਲਬ ਮੇਰਾ ਜਿਹੜਾ ਲਾਈਫ ਦੇ ਬਾਰੇ 'ਚ ਹੈ ਐਕਸਪੀਰੀਅੰਸ, ਉਹ ਬਿਲਕੁਲ ਉਸੇ ਤਰ੍ਹਾਂ ਦਾ ਹੈ। ਤੇ ਚਲੋ ਜੀ ਸ਼ੁਰੂ ਹੁੰਦੇ ਆ ਆਪਣੇ ਇਮੇਜਸ ਤੋਂ, ਕਮੈਂਟਸ ਤੋਂ। ਜ਼ਰਾ ਮੈਨੂੰ ਇਹਨਾਂ ਤੋਂ ਗੱਲ ਨੂੰ ਅੱਗੇ ਚਲਾਉਣਾ ਆਸਾਨ ਹੋ ਜਾਂਦਾ ਆ, ਠੀਕ ਹੈ ਜੀ, ਇਹਨਾਂ ਚੀਜ਼ਾਂ ਤੋਂ। ਅੱਛਾ ਜੀ, ਕਮੈਂਟ ਹੈ ਉਸੇ ਹੀ ਨੋਟ ਸੁਸਾਈਡ ਤੋਂ। ਡਾਕਟਰ ਸਾਹਿਬ ਦਾ ਆਪਣਾ ਰਾਈਟਅਪ ਵੀ ਬਹੁਤ ਅੱਛਾ ਹੈ, ਫੈਂਟੈਸਟਿਕ ਰਾਈਟਅਪ। ਆਲਦੋ ਆਈ ਵੰਡਰ ਹਾਊ ਸਮਵਨ 15 ਸਾਲ ਦਾ ਹੀ ਬੱਚਾ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਲਿਖ ਸਕਦਾ ਹੈ ਲਾਈਫ ਦੇ ਬਾਰੇ 'ਚ, ਔਰ ਇਸ ਤਰ੍ਹਾਂ ਦੀ ਵੋਕੈਬਲਰੀ ਉਹਦੇ ਕੋਲ ਹੈ, ਔਰ ਉਹਦੇ ਆਈਡੀਆਜ਼ ਔਰ ਉਹਦੇ ਅਹਿਸਾਸਾਤ। Still is an expression of a mind that does invite you to ponder upon some of the basic values. ਸਾਡੀ ਜਿਹੜੀ ਐਗਜ਼ਿਸਟੈਂਸ ਹੈ, ਮੌਜੂਦਗੀ ਹੈ, ਇੱਥੇ ਉਹਦੀਆਂ ਜਿਹੜੀਆਂ ਬੇਸਿਕ ਵੈਲਿਊਜ਼ ਨੇ ਉਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਸੋਚਣੇ ਤੇ ਮਜਬੂਰ ਹੁੰਦੇ ਹੋ। ਇਹ ਨੋਟ ਇਸ ਕਿਸਮ ਦਾ ਹੈ, ਠੀਕ ਹੈ ਜੀ। ਅੱਛਾ, ਇਟ ਇਜ਼ ਆਲਸੋ ਅ ਗ੍ਰੇਟ ਕ੍ਰਿਟਿਕ। ਇਹ ਬਹੁਤ ਜ਼ਬਰਦਸਤ ਤਨਕੀਦ ਹੈ ਤਮਾਮ ਮਜ਼ਾਹਿਬ ਤੇ। ਤਮਾਮ ਮਜ਼ਾਹਿਬ ਨੇ ਹਿਊਮਨ ਮਾਈਂਡ ਨੂੰ ਤਬਾਹ ਬਰਬਾਦ ਕੰਡੀਸ਼ਨਿੰਗ ਕਰ ਦਿੱਤੀ ਨਾ ਜੀ। ਉਹ ਕੱਲ ਮੈਨੂੰ ਆਜੀ ਸਾਹਿਬ ਅੱਜ ਕਹਿ ਰਹੇ ਸੀ ਉਹਦੇ ਤੇ ਕਿ ਉਹ ਬੜੀ ਸਾਦਾ ਜੀ ਜ਼ਿੰਦਗੀ ਗੁਜ਼ਾਰ ਰਿਹਾ ਆ। ਆਪਣਾ ਉਹ ਜੇਲਮੀ ਇੰਜੀਨੀਅਰ ਮਿਰਜ਼ਾ, ਤੇ ਉਹਨੂੰ ਅੰਦਰ ਕੀਤਾ ਇਹਨਾਂ ਨੇ, ਉਹ ਕਿਉਂਕਿ ਮੌਲਵੀਆਂ ਨੂੰ ਉਹਨੇ ਤੁੰਨਿਆ ਹੋਇਆ, ਔਰ ਉਹਨੇ ਤੇ ਬੜੀ ਮੋਟਰਸਾਈਕਲ ਰੱਖੀ ਹੈ ਔਰ ਇਹ ਉਹ। ਆਜੀ ਸਾਹਿਬ ਜੋ ਵੀ ਹੈ, ਲੇਕਿਨ ਮੈਂ ਉਹਨੂੰ ਇਸ ਚੀਜ਼ ਤੋਂ ਪਸੰਦ ਨਹੀਂ ਕਰਦਾ।
ਉਹ ਵੀ ਇੱਕ ਤਕਲੀਦ ਔਰ ਇਨਫਲੂਐਂਸ ਦੇ ਰਿਹਾ, ਪਗੜੂ ਜਿਹਾ ਬੰਨ ਕੇ, ਛੋਟੀ ਛੋਟੀ ਦਾੜੀ ਲਮਕਾ ਕੇ। ਨੋ ਨੋ ਨੋ, ਤਕਲੀਦ ਤੇ ਤੁਸੀਂ ਆਪਣੀ ਦੇਣੀ ਨਹੀਂ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਜਿਹਦੇ ਨਾਲ ਕੰਡੀਸ਼ਨਿੰਗ ਔਰ ਕਿ ਮੈਂ ਠੀਕ ਹੈ ਜੀ, ਨਿਊਟਰਲ ਮੇਰੀ ਤਰ੍ਹਾਂ ਮੈਂ ਸਭ ਨੂੰ ਹੀ ਰਗੜਦਾ, ਹੂ ਸੋ ਐਵਰ ਕਮ। ਐਂਡ ਇਹ ਨੋਟ ਜਿਹੜਾ ਮੈਂ ਬੱਚੇ ਦਾ ਪੜ੍ਹਾਂਗਾ ਨਾ, ਇਹ ਤੁਹਾਨੂੰ ਦੱਸੇਗਾ ਕਿ ਲਾਈਫ ਹੈ ਕੀ ਹੈ। ਇਹਦਾ ਮੈਂ ਉਰਦੂ ਤਰਜਮਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅੱਛਾ, ਡਾਕਟਰ ਸਾਹਿਬ ਦਾ ਹੀ ਪਹਿਲੇ ਕੰਪਲੀਮੈਂਟ ਉਹਦੇ ਤੇ, ਆਈ ਐਗਰੀ ਦੈਟ ਲਾਈਫ ਔਨ ਦਾ ਲਾਰਜਰ ਸਕੇਲ ਇਜ਼ ਮੀਨਿੰਗਲੈਸ, ਬਗੈਰ ਕਿਸੇ ਮਤਲਬ ਤੋਂ ਹੈ ਲਾਰਜਰ ਸਕੇਲ ਤੇ। ਐਂਡ ਅਸੀਂ ਕੋਈ ਹੈਸੀਅਤ ਹੀ ਨਹੀਂ ਰੱਖਦੇ ਐਡੇ ਵੱਡੇ ਯੂਨੀਵਰਸ ਤੇ। Nevertheless, the time we spend as living being can be made enjoyable. ਲੇਕਿਨ ਇਹ ਵਕਤ ਜਿਹੜਾ ਅਸੀਂ ਇੱਥੇ ਗੁਜ਼ਾਰ ਰਹੇ ਹਾਂ, ਇਹ ਇੰਜੋਏ ਕੀਤਾ ਜਾ ਸਕਦਾ। ਅਸੀਂ ਇਸ ਪਿਆਰ ਮੁਹੱਬਤ ਔਰ ਸ਼ੁਕਰਗੁਜ਼ਾਰੀ 'ਚ ਗੁਜ਼ਾਰੀਏ, ਜਿਹੜਾ ਮੈਂ ਅਕਸਰ ਕਹਿੰਦਾ ਆਂਦਾ। ਅੱਛਾ ਜੀ, ਟਾਈਮ ਇਟਸੈਲਫ ਇਜ਼ ਅ ਰਿਲੇਟਿਵ ਐਕਸਪੀਰੀਅੰਸ। ਹਰ ਇੱਕ ਬੰਦੇ ਦਾ ਆਪਣਾ ਐਕਸਪੀਰੀਅੰਸ ਹੈ, ਡਾਕਟਰ ਸਾਹਿਬ ਠੀਕ ਕਹਿੰਦੇ ਆ, ਬਹੁਤ ਛੋਟਾ ਆ when we want things done and too long when we feel detached. ਗੁਜ਼ਰਦਾ ਨਹੀਂ, ਅਗਰ ਤੁਹਾਡਾ ਪਿਆਰਾ ਕੋਈ ਗੁਜ਼ਰ ਜਾਏ ਔਰ ਇਸ ਤਰ੍ਹਾਂ ਦਾ ਕੋਈ ਮਸਲਾ ਹੋ ਜਾਏ। ਲਓ ਜੀ, 15 ਸਾਲਾ ਬੱਚੇ ਦਾ ਹੁਣ ਮੈਂ ਖਤ ਤੁਹਾਨੂੰ ਸੁਣਾਦਾ ਹਾਂ। ਦ ਫਾਈਨਲ ਵਾਰਨਿੰਗ, ਉਹਨੇ ਕਿਹਾ ਕਿ ਮੈਂ ਯੰਗ ਲੈਡ, ਅੱਛਾ ਜੀ, all gods are ashes, ਸਵਾ ਨੇ ਸਾਰੇ ਖੁਦਾ। all meaning is fraud, ਹਰ ਇੱਕ ਚੀਜ਼ ਦਾ ਮਤਲਬ ਫਰਾਡ ਹੈ। all virtue is instinct, ਤੁਹਾਡਾ ਜਿਹੜਾ ਵਰਚੂ ਹੈ, ਤੁਹਾਡੇ ਜਿਹੜੀ ਕਿਰਦਾਰ ਦੀ ਨੇਕੀ ਹੈ, ਉਹ ਤੁਹਾਡੀ ਜਬਿਲਤ ਹੈ, ਇਨਸਟਿੰਕਟ ਹੈ। all love is chemistry, ਕੈਮਿਸਟਰੀ ਹੈ ਸਾਰਾ ਲਵ। all glory is dust, ਖਾਕ ਹੈ ਸਾਰੀ ਜਿਹੜੀ ਸ਼ਾਨ ਸ਼ੌਕਤ ਹੈ। kings, slaves, prophets, fools, they fall silent in the same emptiness. ਬਾਦਸ਼ਾਹ, ਗੁਲਾਮ, ਪੈਗੰਬਰ, ਪਾਗਲ, ਸਾਰੇ ਐਮਟੀਨੈਸ ਦਾ ਸ਼ਿਕਾਰ ਹੈ, ਜਿਹਦੀ ਵਜ੍ਹਾ ਦੇ ਨਾਲ ਬੁੱਧਾ ਨੇ ਛੱਡ ਦਿੱਤੀ ਸੀ ਬਾਦਸ਼ਾਹਤ, ਔਰ ਬੁੱਧਾ ਲੱਗ ਪਿਆ ਸੀ ਜਨਾਬ ਸਾਹਿਬ ਉਹਦੇ ਤੇ ਆਪਣਾ ਤੇ ਖਾਮੋਸ਼ੀ ਚਿੱਲਾ, ਔਰ ਦ ਗੇਮ ਐਂਡਸ, ਖਤਮ ਹੋ ਜਾਂਦੀ ਹੈ। ਦ ਵਰਡ ਡਾਈਜ਼, ਨੋ ਵਿਕਟਿਮ ਰਿਮੇਨਸ, ਕੋਈ ਵਿਕਟਿਮ ਨਹੀਂ ਰਹਿੰਦਾ। ਅੱਛਾ ਜੀ, ਨੋ ਰਿਕਾਰਡ ਇੰਡਿਓਰਸ, ਕੋਈ ਰਿਕਾਰਡ ਨਹੀਂ ਪਿੱਛੇ ਰਹਿੰਦਾ। ਨੋ ਪਰਪਸ ਐਗਜ਼ਿਸਟ, ਕੋਈ ਪਰਪਸ ਨਹੀਂ ਹੁੰਦਾ। ਨਥਿੰਗ ਮੈਟਰਸ, ਨਥਿੰਗ ਡੈਡ, ਕੋਈ ਚੀਜ਼ ਨਹੀਂ ਮੈਟਰ ਕਰਦੀ। ਅਗਰ ਕੋਈ ਚੀਜ਼ ਕਿਸੇ ਦੀ ਮੈਟਰ ਕਰਦੀ ਹੈ, ਜਿੰਦਾ ਮੈਂ ਸਪੋਨੋਜ਼ਾ ਦਾ ਕਹਿੰਦਾ, ਜਾਂ ਇਸ ਬੱਚੇ ਦੀ ਮੈਟਰ ਕਰੇਗੀ, ਇਹਦਾ ਇਹ ਬਿਆਨੀਆਂ ਕਰੇਗਾ ਜਿਹੜਾ ਇਹਨੇ ਬਿਆਨੀਆਂ ਦਿੱਤਾ, ਠੀਕ ਹੈ ਜੀ। ਇਹ ਤੋਂ ਇਲਾਵਾ ਉਹ ਬਿਲਕੁਲ ਕੋਈ ਚੀਜ਼ ਨਹੀਂ ਮੈਟਰ ਕਰੇਗੀ, ਠੀਕ ਹੈ ਨਾ ਜੀ। ਅੱਛਾ ਫਿਰ ਜੀ, nothing ever will ever, every hope you clinch is a shadow, ਉਮੀਦ ਲਾ ਕੇ ਬੈਠੇ ਹੋ ਸਾਏ ਦੀ ਤਰ੍ਹਾਂ ਹੈ, ਠੀਕ ਹੈ ਜੀ। every desire is a trap, ਖਾਹਿਸ਼ ਇੱਕ ਟਰੈਪ ਹੈ। every joy is borrowed from a system that does not care, ਉੱਥੋਂ ਖੁਸ਼ੀ ਲੈ ਰਹੇ ਹੋ ਉਸ ਸਿਸਟਮ ਤੋਂ ਜਿਹੜਾ ਕਿ ਬੁਨਿਆਦੀ ਤੌਰ ਤੇ ਤੁਹਾਡੇ ਲਈ ਕੇਅਰ ਹੀ ਨਹੀਂ ਕਰਦਾ, ਠੀਕ ਹੈ ਨਾ ਜੀ। ਉਹ ਮੇਲੇ ਤੇ ਚਲੇ ਜਾਓ ਤੇ ਤਕਰੀਰ ਕਰੋ ਤੇ ਚੀਫ ਗੈਸਟ ਬਣਾ, ਹੈ ਜੀ। ਉਹ ਮੈਨੂੰ ਬੁਲਾ ਰਹੇ ਸੀ ਪਰਸੋਂ ਚੌਥ, ਪਾੜੇ ਜਾਏ ਕਾਮਰਾਨ ਤੇ ਇਰਫਾਨ ਵਗੈਰਾ। ਅੱਛਾ ਜੀ, your life is variable, your choices pre-written, choices pre-written ਹੈ। ਇਹਦੇ ਤੇ ਮੈਂ ਉਹਦੇ ਨਾਲ ਥੋੜਾ ਜਿਹਾ ਇਖਤਲਾਫ ਕਰਾਂਗਾ। to the extent to be placed here, ਅੱਗੇ ਕੀ ਕਰਨਾ ਉਹ is not pre-written, ਜਿੰਦਾ ਇਹਨੇ ਖੁਦਕੁਸ਼ੀ ਕੀਤੀ ਹੈ, it wasn't pre-written, ਠੀਕ ਹੈ ਨਾ ਜੀ। he consciously did it. Your life and triumph like are only data points in a cosmos that watches but never intervenes, ठीक है जी। data point ने look closer, the word is infinite, ला महदूद है दुनिया, time is meaningless, consciousness is fleeting, ठीक है जी। the universe does not recognize you, अच्छा जी। time is consciousness, the universe does not recognize you, वो सारा एक डांस है, कॉस्मिक डांस है, ਉਹਦੇ ਛਾਤ ਬੰਦਾ ਆਪਣਾ ਆਪਣਾ ਖੇਲ ਖੇਲਣ ਡਿਆ ਹੈ। ਉਹ ਦਿਸ ਇਜ਼ ਅ ਐਕਟ, ਹਰ ਕੋਈ ਆਪਣਾ ਐਕਟ, ਉਹ ਸ਼ੇਕਸਪੀਅਰ ਨੇ ਜਿਸ ਤਰ੍ਹਾਂ ਕਿਹਾ ਸੀ। ਅੱਛਾ ਜੀ, the universe does not recognize, everyone is a checkpoint, a pause in a system indifferent to your existence, ਇਹ ਇੱਕ ਪੌਜ਼ ਹੈ ਸਿਸਟਮ ਜਿਹੜਾ ਇਨਡਿਫਰੈਂਟ ਹੈ ਤੁਹਾਡੀ ਐਗਜ਼ਿਸਟੈਂਸ ਤੋਂ।
To exist is optional. ਤੁਹਾਡੀ ਮਰਜ਼ੀ ਹੈ, ਤੁਸੀਂ ਐਗਜ਼ਿਸਟ ਕਰੋ ਨਾ ਕਰੋ. To resist is arbitrary. ਠੀਕ ਹੈ, resist ਕਰਨਾ ਜਿਹੜਾ ਆ ਉਹ ਮਤਲਬ ਤੁਹਾਡਾ arbitrary ਹੈ. The hope is folly. Step outside the sandbox or collapse entirely into nothing. ਇਹ ਜਿਹੜੇ sandbox ਧਸੇ ਹੋਏ ਹੋ ਰੇਤ ਦੇ ਬਾਕਸ, ਉਹਦੇ ਤੋਂ ਨਿਕਲ ਆਓ, ਨਹੀਂ ਤੇ ਤੁਸੀਂ ਬਿਲਕੁਲ ਔਰ ਤੁਸੀਂ collapse ਹੋ ਜਾਓਗੇ, nothingness. Step inside and every instinct, every memory, every desire will be dissected, logged and replayed until it corrodes itself. ਉਹਨੇ ਕਿਹਾ ਹੈ memories, acts ਸਾਰੇ corrode ਹੋ ਜਾਂਦੇ ਨੇ. Do not clinch ਕਿਸੇ ਚੀਜ਼ ਦੇ ਨਾਲ ਬਿਲਕੁਲ ਚਿਪਕੇ ਨਾ ਰਹੋ. Do not seek meaning, ਮਤਲਬ ਲੈਣ ਦੀ ਕੋਸ਼ਿਸ਼ ਨਾ ਕਰੋ. Do not look for solace. ਠੀਕ ਹੈ ਜੀ, ਕੋਈ ਕਿ ਇੱਥੇ ਪੀਸ ਹੈ ਬੜਾ ਹੈ, ਕਿਤੇ ਨਹੀਂ ਹੈ. ਠੀਕ ਹੈ ਜੀ. The word is indifferent. ਦੁਨੀਆ ਬਿਲਕੁਲ ਤੁਹਾਡੇ ਬਾਰੇ ਚ indifferent ਹੈ. The universe is indifferent. ਕਾਇਨਾਤ ਬਿਲਕੁਲ indifferent ਹੈ. Even your understanding is a chemical accident. The end is absolute. Nothing matters. Nothing ever did. Nothing ever will. ਉਹਨੇ ਕਿਹਾ ਕਿ ਕੋਈ ਨਹੀਂ, ਨਾ ਹੀ ਕੋਈ ਐਬਸੋਲੂਟ ਹੈ, ਨਾ ਨਥਿੰਗ ਮੈਟਰ ਕਰਦੀ ਹੈ, ਨਾ ਹੀ ਐਵਰ ਡਿਡ, ਔਰ ਨਥਿੰਗ ਕਦੀ ਮੈਟਰ ਕਰੇਗੀ. Take care of mom and yourself, dad. अपनी माँ का ख्याल रखना मेरे बाप, और अपना ख्याल रखी. Don't do anything stupid like second to two. ਇਹ ਦੁਨੀਆ ਹੈ ਜੀ. ਉਹ ਬੱਚੇ ਨੇ ਖੁਦਕਸ਼ੀ ਦੇ ਨੋਟ ਤੋਂ ਕੀ ਜ਼ਬਰਦਸਤ ਤੁਹਾਨੂੰ ਦੱਸ ਦਿੱਤਾ. ਫਿਰ ਇੱਕ ਇਕਨੋਮਿਕ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਅਸੀਂ ਰੀਵਿਜ਼ਿਟ ਕਰਨਾ LNG ਦਾ ਮਾਮਲਾ. ਹੁਣ ਦੇਖੋ, ਸ਼ਾਹਿਦ ਖਾਕਾਨ ਅਬਾਸੀ ਬੜਾ ਟੱਪਦਾ. ਸ਼ਾਹਿਦ ਖਾਕਾਨ ਅਬਾਸੀ ਔਰ ਅਰਸ਼ਦ ਮਿਰਜ਼ਾ ਨੂੰ ਉਲਟਾ ਟੰਗ ਕੇ ਨਾ ਤੇ ਫਾਂਸੀ ਇਹਨਾਂ ਨੂੰ ਦੇ ਦੇਣੀ ਚਾਹੀਦੀ ਹੈ. ਇਹਨਾਂ ਨੇ ਉਦੋਂ LNG ਦਾ ਜਿਹੜਾ ਮੁਆਹਦਾ ਕਤਰ ਨਾਲ ਕੀਤਾ ਸੀ. Pakistan's 2016 contracts with Qatar set pricing at 13.37 of Brent crude ਦੇ LNG ਦੀ ਪ੍ਰਾਈਸ, compared with India's negotiated rate of 12.66. ਇਹ ਬੜਾ ਸ਼ਾਇਦ ਖਾਕਾਨ ਅਬਾਸੀ ਆਰਾਮਜ਼ਾਦਾ ਬਕਵਾਸਾਂ ਕਰਦਾ. ਇਹ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਹਾਂ. ਕਿਸ ਤਰ੍ਹਾਂ ਅਰਸ਼ਦ ਮਿਰਜ਼ਾ ਸੈਕਟਰੀ ਇਹਦਾ ਹੁੰਦਾ ਸੀ. ਦੱਲੇ ਪੈਸਾ ਕਢਵਾਓ ਇਹਨਾਂ ਸਭ ਤੋਂ, ਕੁੱਤਿਆਂ ਤੋਂ ਮਾਰ ਮਾਰ ਕੇ ਇਹਨਾਂ ਦਾ ਢੂਆ. ਅੱਛਾ ਜੀ, on renegotiate the ECC decision reflects mounting pressure on Islamabad's foreign exchange reserves and a 5.6 billion burden tied to the existing purchase agreement. $5.6 billion ਤੁਹਾਡਾ ਜਾਣਾ ਆ ਬਿਟਵੀਨ 2025 ਔਰ 2031 ਦੇ ਦਰਮਿਆਨ. ਠੀਕ ਹੈ, ਕਵਰਿੰਗ 177 ਕਾਰਗੋ ਹੁਣ ਫਟੀ ਪਈ, ਇਸਲਾਮਾਬਾਦ ਦੀ ਫਟੀ ਪਈ ਹੈ. ਹੁਣ ਕਹਿੰਦੇ ਕਿ ਕੋਈ ਤਰੀਕਾ ਕੱਢਿਆ ਜਾਏ ਕਤਰ ਦੇ, ਉਹ ਦੇ ਦਿਓ ਕਤਰੀ ਮਰੀਆਂ, ਚਾਰ ਲੰਡੀਆਂ ਰੌਂਡੀਆਂ ਜਿਹੜੀਆਂ ਨੇ, ਹੋਰ ਕੋਈ ਚੂਤੀਏ ਦੇ ਦਿਓ, ਸਾਰੇ ਚੂਤਾ ਉਹਨਾਂ ਨੂੰ ਪੇਸ਼ ਕਰ ਦਿਓ, ਸ਼ਾਇਦ ਕੋਈ ਫਾਇਦਾ ਹੋ ਜਾਏ. ਕਤਰੀ. ਠੀਕ ਹੈ ਜੀ. अच्छा, वो तो बात तो जी एक सी के इनकलाब वहाँ आता है जहाँ कोई एक शख्स जालिम हो. बिल्कुल ठीक गल है. जिस मुल्क में हर शख्स अपने हिस्से का जालिम हो, वहाँ इनकलाब नहीं अजाब आते हैं. इंशाल्लाह ताला अजाब तैयार है. लाहौर रुड़ जाए, सियालकोट रुड़ जाए, मेरी तो दुआ है. ठीक है ना जी. गर्क हो जाए गंदी भैड़ी कौम में 26 करोड़ दल्ले मादर चौथ सूअर सारे अवाम. ठीक है ना जी. बहुत अच्छी ये गजाला मोहसिन रिजवी ने लाई हुई सी, ये शायर ने कैनेडा तो. ठीक है जी. वो तो बात तो रूमी साहब दियाँ कुछ सी. बिफोर यू डायग्नोज योर सेल्फ विद डिप्रेशन और लो सेल्फ एस्टीम, फर्स्ट मेक श्योर यू आर नॉट इन फैक्ट सराउंडेड बाय एसोल्स. सेगमेंट फ्राइंड ਦਾ ਹੈ ਕਿ ਤੁਸੀਂ ਉੱਲੂ ਦੇ ਪੱਠਿਆਂ ਦੇ ਨਾਲ ਘਿਰੇ ਸ਼ਿਟ ਹੋਲਸ ਦੇ ਨਾ ਹੋਵੋ. ਪਹਿਲਾਂ ਇਹ ਦੇਖੋ, ਨੈਗੇਟਿਵ ਫੀਲਿੰਗਸ ਤੁਹਾਨੂੰ ਜਿਹੜੀਆਂ ਨੇ ਨਾ, ਇਹ ਤੁਹਾਨੂੰ ਡਿਪਰੈਸ਼ਨ ਲਾਉਂਦੀਆਂ. ਠੀਕ ਹੈ. ਅੱਛਾ, they may have beaten you while why am I experiencing muscle pain after anesthesia? ਤੇ ਜਵਾਬ ਦਿੱਤਾ, they may have beaten you while you were unconscious. Ask for the CCTV footage and a good lawyer. ਦੁਨੀਆ ਕਿੱਥੇ ਯਾਰ ਜਾ ਰਹੀ ਹੈ. ਫਿਰ ਰੂਮੀ ਸਾਹਿਬ ਦਾ ਸੀ, unconscious mind where there is no excess of conscious or pre-conscious mind. But very few mystic saints may have access to their unconscious mind through interpersonal and extrapersonal wisdoms.
ਇਹ ਬਹੁਤ ਅੱਛਾ ਅਕਸਰ ਡਾਕਟਰ ਰੂਮੀ ਸਾਹਿਬ ਇਹ ਕਹਿੰਦੇ ਹੁੰਦੇ ਨੇ ਕਿ ਅਨਕੌਂਸ਼ੀਅਸ ਮਾਈਂਡ 'ਚ ਤੁਸੀਂ ਡੈਲਵ ਕਰੋ, ਠੀਕ ਹੈ ਨਾ ਜੀ। ਔਰ ਇਹਦੇ 'ਚ ਡੈਲਵ ਕਰਨੇ ਲਈ ਨਾ ਦੇਰ ਇਜ਼ ਨੋ ਐਕਸੈਸ ਆਫ ਆਰ ਕੌਂਸ਼ੀਅਸ ਔਰ ਪ੍ਰੀ ਕੌਂਸ਼ੀਅਸ ਮਾਈਂਡ, ਠੀਕ ਹੈ ਨਾ ਜੀ। ਇਹ ਉਹਦੀ ਐਕਸੈਸ ਨਹੀਂ ਹੈ, ਬਟ ਵੈਰੀ ਫਿਊ ਮਿਸਟਿਕ ਸੇਂਟਸ ਮੇ ਹੈਵ ਐਕਸੈਸ ਟੂ ਦੇਅਰ ਅਨਕੌਂਸ਼ੀਅਸ ਮਾਈਂਡ। ਦੇਰ ਇਜ਼ ਸੋ ਮਚ ਪਾਵਰ ਇਨ ਬਿਲੀਵਿੰਗ। ਬਿਲੀਵਿੰਗ 'ਚੋਂ ਕਹਿੰਦੇ ਨੇ ਇੰਨੀ ਇੱਕ ਪਾਵਰ ਹੈ, ਇੱਕ ਕੋਟ ਉਹਨਾਂ ਨੇ ਲਾਇਆ, that everything will work out when you don't know how or when. You just believe that it will. Do it. You believe. Yes. इसीलिए लफ्ज बिलीवर आंदा है और ये सारा तस्करा आंदा है। फिर वो तो बात तो जी एक पाकिस्तान तो इन्हें बल्कि अपना एल रखा हुआ व्हाट्सएप ते नाम भी, ठीक है जी, ते आईडी भी। इन्हें क्या अस्सलाम वालेकुम नज़र भाई कैसे हैं आप, आई होप यू विल बी फाइन। नज़र भाई ये मादा परस्ती का क्या मतलब है बता दें, मुझे नहीं समझ आ रही है। मुझे लगता है मादा परस्ती का मतलब खुद ही मारना है। अपने वीलॉग में समझा दें, थैंक्स। ਇਹ ਹੈ ਜੀ ਤੁਹਾਡੇ ਬੱਚਿਆਂ ਦਾ ਥਿੰਕਿੰਗ ਲੈਵਲ ਔਰ ਤੁਹਾਡੇ ਬੱਚਿਆਂ ਦੇ ਸਵਾਲ ਮੇਰੇ ਵਰਗੇ ਬੰਦੇ ਤੋਂ ਪੁੱਛਣਾ। ਆਈ ਫੈਲਟ ਸੋ ਐਂਗਰੀ ਐਂਡ ਡਿਪਰੈਸਡ ਕਿ ਇਹ ਬੱਚਾ ਕਿਸ ਤਰ੍ਹਾਂ ਮਾਦਾ ਪ੍ਰਸਤੀ ਨੂੰ, ਉਹ ਬਾਬਾ ਤੁਹਾਡਾ ਜਿਹੜਾ ਕਿਸੇ ਨਾਲ ਪਿਆਰ ਮੁਹੱਬਤ ਹੈ ਔਰ ਉਹਦੇ ਸੈਕਸ ਕਰਨਾ, ਇਹ ਤੇ ਤੁਹਾਨੂੰ ਹੈਵਨਸ 'ਚ ਲੈ ਜਾਂਦਾ ਹੈ ਜਨਾਬ ਸਾਹਿਬ। ਜਿਹੜਾ ਟਰੂ ਲਵ ਹੈ, ਸੋਲ ਮੇਟਸ ਅਗਰ ਤੁਹਾਡੇ ਹੈ ਨੇ, ਤੇ ਤੂੰ ਬੱਚੇ ਕਿਸ ਤਰ੍ਹਾਂ ਦੀਆਂ ਆਰਾਮਜ਼ਦਗੀ ਦੀਆਂ ਮਾਦਾ ਪਰਸਤੀ ਹੈ। ਅਗਰ ਤੁਸੀਂ ਆਪਣੇ ਗੋਲਸ ਮਟੀਰੀਅਲ ਰੱਖੋ, ਨਾਟ ਸਪਿਰਚੁਅਲ। ਮਟੀਰੀਅਲ ਗੋਲਸ ਨੇ ਘਰ ਹੋਣਾ ਚਾਹੀਦਾ, ਕਾਰ ਹੋਣਾ ਚਾਹੀਦਾ, ਕੈਸ਼ ਹੋਣਾ ਚਾਹੀਦੀ ਹੈ, ਕਰੋੜਾਂ ਰੁਪਇਆ ਘਰ 'ਚ ਜਮ੍ਹਾਂ ਹੋਣਾ ਚਾਹੀਦਾ। ਇਨ ਟਰਮਸ ਆਫ ਮਟੀਰੀਅਲ ਵੇ ਕੀਤੇ ਜਾਣ, ਕਿਰਦਾਰ ਨਹੀਂ। ਤੁਹਾਡੀ ਕੋਈ ਆਪਣੀ ਤੁਸੀਂ ਕੋਈ ਕ੍ਰੀਏਟ ਕੀਤੀ ਹੋਵੇ ਚੀਜ਼, ਕੋਈ ਤੁਸੀਂ ਆਰਟਿਸਟ ਹੋਵੋ, ਪੇਂਟਿੰਗ ਬਣਾਈ ਹੋਵੇ, ਕੋਈ ਰੂਹਾਨੀ ਕੰਮ, ਕੋਈ ਗਾਣਾ ਗਾਇਆ ਹੋਵੇ, ਕੋਈ ਮਿਊਜ਼ੀਕਲ ਇੰਸਟਰੂਮੈਂਟਸ ਤੁਸੀਂ ਐਕਸੈਲ ਕਰਦੇ, ਠੀਕ ਹੈ ਜੀ, ਉਹ ਸਭ ਚੀਜ਼ਾਂ। अच्छा जी, मोटरवे पुलिस ने इब्रार नामी लड़के का हेलमेट ना पहनने पर चलान किया। लड़के ने वो चलान जमा ना करवाने के लिए मिन्नत समाजत की, सुनवाई ना होने पर चलान जमा करवा दिया। जबकि मोटरवे सब इंस्पेक्टर की वीडियो बनाई जिस पर सब इंस्पेक्टर को गुस्सा आया और उसने उस लड़के को थाने में बंद करने की धमकी दी, मोबाइल फ़ोन छीन लिया, जिस पर लड़का और उसकी माँ वहाँ मिन्नत समाजत करते रहे, लेकिन इंस्पेक्टर ने एक ना सुनी और ख़ातून को धक्का दिया। ख़ातून वहाँ गिरते ही मौके पर जाँ बहक हो गई। नेशनल हाईवे 1 घंटा हलाक होने के बाद खुलवा दिया, ब्लॉक होने के बाद। ਇੰਨੀ ਸਾਡੀ ਤੁਹਾਡੀ ਪ੍ਰੋਟੈਸਟ। ਬੱਚਾ ਮਰਿਆ ਉਹਦੀ ਬਦਮਾਸ਼ੀ ਦੀ ਵਜ੍ਹਾ ਨਾਲ 1 ਘੰਟਾ ਹਾਈਵੇ ਬਲੌਕ। ਇਹ ਅਗਰ 24 ਘੰਟਾ ਬਲੌਕ ਰਹੇ, 2 ਦਿਨ ਬਲੌਕ ਰਹੇ, ਮੈਂ ਕਹਿੰਦਾ ਮਨੀਰਾ ਮਿਸਤਰੀ ਵੀ ਉਤਰ ਜਾਏਗਾ, ਇਨਕਲਾਬ ਵੀ ਆ ਜਾਏਗਾ, ਤੁਹਾਡੇ ਸਾਰੇ ਮਾਮਲਾਤ ਸੈੱਟ ਹੋ ਜਾਣਗੇ, ਠੀਕ ਹੈ। ਸਾਨੂੰ ਕੀ ਕੱਲ ਦਾ ਫੇਰ ਉਹ ਬੰਦੇ ਨੂੰ ਫਿਕਰ ਹੀ ਨਹੀਂ ਹੁੰਦਾ, ਠੀਕ है जी। फिर एक होर सी, अस्सलाम वालेकुम बाबा जी, आपकी उम्र दराज करे और सेहतमंद ज़िंदगी अता फरमाए। आपसे सीखने को मिलता है, अलबत्ता नहायत अदब से अर्ज़ है कि मस्जिद की बहस बात की बात है। आप मुझे नमाज का लफ्ज़ एक मरतबा भी कुरान में दिखा दें, जो सज़ा आप दें आप हम कबूल करेंगे। अगर आप भी इन जाली तर्जुमों को जो मजूसी इमामों के मरून मिन्नत हैं और फ़ारसी महाफीम से भरे पड़े हैं दुरुस्त समझते हैं, आपको अपना कमला किबला मज़ीद दुरुस्त करने की ज़रूरत है। नमाज लफ्ज़ कुरानी अरबी के अलावा बेशुमार और ज़ुबानों में मिलता है, मसलन संस्कृत में नमस्ते, ओम नमाज शवाए, फ़ारसी और तुर्की ज़बान में नमाज, यूनानी ज़ुबान में नमूस वगैरह। इसका आम मतलब है परस्तिश, पूजा, अपने से बड़े के लिए अदब और तज़ीम। जहाँ तक सलात का ताल्लुक है, ये एक नहायत वसी कॉन्सेप्ट है, जैसे कि 2 तरफ़ा राब्ता। आप अपने वीलॉग में यही कर रहे हैं, सलात बंदे और अल्लाह के दरमियान, अल्लाह और बंदे के दरमियान, बंदे और बंदे के दरमियान होती है। इसको समझने के लिए फितरत में वाटर साइकिल, कुरान में सिरात मुस्तकीम, अल्लाह के बंदे सिस्टम को समझ जिसमें चक्रों को बैलेंस करते हैं। चक्रे वो जो हिंदुओं के हैं बैलेंस करते हैं। कुरान में सिरातुल मुस्तकीम, हिंदू माइथोलॉजी में कुंडलनी,
सिस्टम को समझने की ज़रूरत है, जिसमें चक्रों को बैलेंस करते हुए ऊपर की जानिब बढ़ा जाता है और कॉन्शियसनेस के लेवल्स को अचीव किया जाता है। अल्लाह क्या है? फ़क़्त एक एहसास है, कॉन्शियसनेस, और हम भी एहसास हैं, वरना इनाम छुपाए जारी है। कुरान का मस्जिद ईंट गारे से बनी इमारतों से कोई ताल्लुक नहीं। आपका सीना वो मस्जिद है जहाँ अल्लाह और उसका रसूल रहते हैं। आपका सर, जिसमें दिमाग और हवास खमसा है, इस मस्जिद का गुंबद है, जिसे अंग्रेजी में डोम कहते हैं। अगर ये आज़ाद हों तो बनता है फ्री डोम, और इसी तरह अंग्रेजी का लफ्ज़ बनता है फ्रीडम। ਲਓ ਜੀ, ਹੁਣ ਅਸੀਂ ਇਹਦੇ ਤੇ ਕੀ ਤਬਸਰਾ ਕਰਨਾ। ਮੈਂ ਫੇਰ ਲੋਕ ਮੇਰੇ ਤੇ ਚੁੱਕੇ ਇਹੀ ਤੇ ਮੈਂ ਕਹਿੰਦਾ ਹਾਂ ਕਿ ਇੰਜੀਨੀਅਰ ਮਿਰਜ਼ਾ ਮੌਲਵੀਆਂ ਨੂੰ ਤੇ ਪੈ ਰਿਹਾ, ਲੇਕਿਨ ਆਪਣੀ ਇੱਕ ਦੁਕਾਨ ਬਣਾ ਰਿਹਾ ਹੈ। ਦੁਕਾਨਾਂ ਤੋਂ ਨਿਕਲ ਜਾਓ, ਕੌਨਸ਼ੀਅਸਨੈਸ ਨੂੰ ਡਿਵੈਲਪ ਕਰੋ। ਹਿੰਦੂ ਚੱਕਰਿਆਂ ਤੋਂ ਵੀ ਡਿਵੈਲਪ ਹੋ ਸਕਦੀ ਹੈ, ਨਮਾਜ਼ ਤੋਂ ਵੀ। ਮੈਂ ਨਮਾਜ਼ ਨੂੰ ਬੁਰਾ ਨਹੀਂ ਕਹਿੰਦਾ। ਨਮਾਜ਼ ਕੈਨ ਬੀ ਜਜ਼ਬਾ ਸ਼ੁਕਰਗੁਜ਼ਾਰੀ, ਮੈਡੀਟੇਸ਼ਨ, ਮੁਰਾਕਬਾ ਹੋ ਸਕਦੀ ਹੈ ਅਗਰ ਖੁਸ਼ੂ ਖਜ਼ੂ ਦੇ ਨਾਲ ਪੜ੍ਹੀ ਜਾਏ, irrespective of the fact कि सिरात मुस्तकीम दा की मतलब लिया गया, ब्रॉडर सेंस की मतलब से बात तो अगर हजूर सल्लल्लाहु अलैहि वसल्लम ने पढ़ाई हो तो वो किस तरह पढ़ाई की कीता, और वो तो बात तो इनू नाफज करां जो मस्जिदां दा इंस्टीट्यूशन कारोबार वो तुहाडे सामने ये टोटल बदमाशी है। मैं तो कहंदा बाबा मस्जिदां ना जाओ, पाकिस्तान आज़ाद हो जाएगा। मस्जिदां ना जाओ, बहुत ਤੁਹਾਨੂੰ ਫਰੀडम एहसास खुशी, पाकिस्तान दिन दुगनी ਉਹ ਕੀ ਕਹਿੰਦੇ ਹੁੰਦੇ ਆ, ਤਰੱਕੀ ਕਰੇਗਾ। ਹਾਂਜੀ, ਅੱਛਾ ਜੀ। ਫਿਰ ਉਹ ਤੋਂ ਬਾਅਦ ਤੋਂ ਹੋਰ ਕੀ ਸੀ ਜੀ? अच्छा, पाकिस्तानियों ज़रा अकल इस्तेमाल करो। 70 साल इसराइल इंडिया गज़वा हिंद के लिए अपनी फ़ौज को दुनिया की अमीर तरीन कारोबारी फ़ौज बना दिया और अवाम और मुल्क को गरीब, मुफलिस, मकरूज़, नाकाम, बर्बाद कर लिया। और खुलेआम हमारी फ़ौज एक अमरीकी इसराइली फ़ौज बन चुकी है। हर हक और बातिल की जंग में ये नापाक फ़ौज हमेशा बातिल, कुफ्र और गैर मुस्लिम्स के साथ खड़ी होती है। ये फ़ौज कभी भी ईमान, इस्लाम, कुरान की खातिर किसी से लड़ने को तैयार नहीं। मुल्क में इस्लाम के क़याम में वाहिद रुकावट यही फ़ौज है। हर नामुमकिन काम ये फ़ौज मुसल्लत कर देती है हम पर। तो फिर इंसाफ, इस्लाम, शरीयत, हलाल, बैंकिंग पर क्यों अमल ना करा सकी? क्योंकि ये हम पर गैर मुस्लिमों के झंडे मुसल्लत करने की मुहाफ़िज़ है। हम 25 करोड़ मुसलमानों को कैद रखने के लिए एक नापाक टोला है। अब सिर्फ एक बार इनका बजट रोक कर यही पैसा अवाम पर लगा कर देखो। इस फौज पर खर्च करना कुफर के निज़ाम पर खर्च करना है। लो जी, ये आज दी मेरी हेडिंग है कि इस फौज के निज़ाम पर खर्च करना कुफर के निज़ाम पर खर्च करना है। इस मादर चोद सुअर फौज के निज़ाम पर खर्च करना कुफर के निज़ाम पर खर्च करना है। ठीक है जी। अच्छा, अल्लाह ताला अलबत्ता। अच्छा, ये हो गया मरहून मिन्नत है अफ़वार से। अच्छा जी। फिर एक बंदे ने उर्दू उर्दू दा अपना कीता है सी, सॉरी, कुरान पाक ओदा दसिया है सी कि ठहरो एक मिनट, मैं ਉਹਦੇ ਤੋਂ ਦੇਖਦਾ ਹਾਂ ਕਿ ਤੁਸੀਂ ਮਦਰਸਿਆਂ 'ਚ ਅੱਜ ਕੱਲ੍ਹ ਜਿਹੜਾ ਹੈ ਨਾ ਉਹ ਕੀ ਹੋ ਸਕਦਾ ਹੈ। ਅੱਛਾ ਜੀ, ਲਓ ਜੀ। ਇਹਦੇ ਤੋਂ ਮੈਂ ਉਹਨੇ ਐਕਚੁਅਲੀ ਕਾਲਜਾਂ ਦੇ ਬਾਰੇ 'ਚ ਉਹ ਸਟੈਕ 'ਚ ਐਕਚੁਅਲੀ ਮੇਰੀ ਉਹ ਚਲੀ ਗਈਆਂ पोस्टां, ਜਿਹਦੇ ਤੋਂ ਬੜਾ ਮੈਨੂੰ ਮਸਲਾ होया। एक मिनट। पाकिस्तानियों का तालीमी निज़ाम बखीरा मुर्दार है। पाकिस्तानी अवाम को ये खुशखबरी तो कम अज़ कम मिली कि इसी साल तालीमी इदारों में दाखिलों की शरह 30% कम हुई है। ठीक है जी, 30%। मैं क्या है, स्कूलों कॉलेजों तो बच्चे हटा लो, घर पढ़ाओ। ठीक है जी। अच्छा, मैं समझता हूँ गोया अवाम के शऊर की सतह बुलंद होने की अलामत है कि वो पाकिस्तान के तालीमी सिस्टम के कचरा खाने से खबरदार हो रहे हैं। मैंने बतौर उस्ताद 3 साल एक कॉलेज में पढ़ाया और 3 साल ही एक मारूफ यूनिवर्सिटी में पढ़ाया है। कॉलेज में तो किसी हद तक मैंने अपने इल्म, तजर्बे, नजरी और फ़िक्र को तलबा तक ज़रूर पहुँचाया और 10% तलबा ने इस्तेफादा भी किया। इसकी वजह शायद कॉलेज के प्रिंसिपल का मेरे ऊपर अंधा एतमाद था।
बल्कि मेरा फ़ैन था और मुझे सो कॉल्ड किस्म के कवानीन से मुबर्रा कर दिया था। लेकिन यह मामला सिर्फ एक ही कॉलेज और एक ही टीचर का इनफरादी था। बाकी सारे कॉलेजेस में वही एक सिस्टम चल रहा है। जहाँ तक यूनिवर्सिटी का मामला है, यहाँ मैं कुछ बताना चाहूँगा जिसकी वजह से हमारी जामियात का पूरा सिस्टम बहिरा मर्दार हो चुका है। यानी आप ना तो इसकी सतह से कुछ हासिल कर सकेंगे और ना इसकी गहराई में कोई शय मौजूद है। हाँ, फक शफाफ नज़र आने वाले पानी में तैरते रहोगे। ठीक है जी। ये बहुत इन्होंने ज़बरदस्त थ्रेड क्रिएट किया। और नंबर एक को उन्होंने क्या जी, यूनिवर्सिटीज़ ने अपने अखराजात और मुनाफे के लिए तादाद को बरकरार रखना होता है, क्योंकि उससे उनकी फ़ीसों की भारी मकदार हासिल होती है। लिहाजा उस्ताद को हिदायत दी जाती है कि तलबा को फेल करने से गुरेज किया जाए। तलबा को यूनिवर्सिटीज़ में ऐसा माहौल फराहम किया जाता है कि वह पढ़ने और सीखने की बजाय उसे तफरी और डेटिंग पॉइंट समझे। तलबा के दिमाग में ये बात जागजी की जाती है कि जामे के लिए उस्ताद अहम नहीं, सिर्फ तुम अहम हो। ठीक है जी। चौथा, उस्ताद की तख्लीकी किस्म की बजाय मारूजी किस्म को अहमियत दी जाती है और इसी मारूजी किस्म के उस्ताद को शोबाजात का इंचार्ज बनाया जाता है। नावलिस्ट या शायर को इजाज़त नहीं कि वो इन असनाफ को पढ़ाए या अदब के शोबे का इंचार्ज बने, बल्कि ऐसी असनाफ पर एमफिल या पीएचडी करने वालों को पढ़ाने और शोबा चलाने का इख्तियार दिया जाता है। ठीक है जी। अच्छा जी। फिर जी, अच्छा या अदब के शोबे सिस्टम में तब्दील तालीमी निज़ाम को फ़िक्र और जस्तजू की बजाय रट्टा सिस्टम में तब्दील कर दिया है। वो बच्ची कहती मैं रट्टा करके, एक सिंगर है पाकिस्तान से, FA BA MA LLB रट्टा डाल के थे। अच्छा जी। और महज बार बार चबाए हुए जुमले फिर चबाए जाते हैं और बराह रास्त तख्लीकात के मुताले से दूर ले जाते हैं, बल्कि हम असर तख्लीकारों के दुश्मन हो जाते हैं और तलबा को उनकी तख्लीकात को पढ़ने से बाकायदा रोकते हैं। यही कुछ साइंस और दीगर सब्जेक्ट में होता है। 5 ऐसे उस्ताद माली और दूसरी कई किस्म की करप्शन में मुलव्वस हो जाते हैं। 6, इसके अलावा वो तख्लीकी तौर पर भांज होने की वजह से तख्लीकारों के साथ हसद और अना में मुब्तला होकर तलबा को उस तख्लीकी प्रोसेस से दूर कर देते हैं जो तख्लीकी कार और तालिब इल्म के दरमियान पैदा होने से नए रास्ते का तयन करता है। अच्छा जी। उस्ताद की खुशामद, माली खिदमत, जिनसी खिदमत और नोटिस और बेकार तनकीदी तबसरे जिसमें सवाए काले इल्म के तावीज़ गंडों के कुछ नहीं निकलता। तलबा की किस्मत में दिए गए तहकीकात बाकायदा कुछ साइंस और दीगर और इसके अलावा और जो तख्लीकार और तालिब इल्म पैदा होने से नए रास, उस्ताद की खुशामद, माली जामियात के ऐसे उस्ताद जाहिल, हट दरम, ज़िद्दी, गब्बी और ओवर होते हैं। सरकारी या प्राइवेट तमाम जामियात में थेरीज़ को अमली तौर पर जांचने के लिए कोई लेबॉरेटरी, किसी किस्म की अथॉरिटी या तज्जियाती सिस्टम मौजूद नहीं, ना ही वो ऐसा करने को फ़रोग देते हैं। लो जी सर, मैं वो बच्चे तो स्टार्ट किया सी 15 साला बच्चा चकवाल तो जिन्हें खुदकशी की थी और उन्हें खत लिखिया कि सब कुछ नथिंगनेस है, मीनिंगनेस है, प्यार। मैं तो उन्होंने दसिया सी 2 चीज़ां, ਮੁਹੱਬਤ और शुक्रगुजारी। बस इत्थे औरत ਨੂੰ ਪਾਕਿਸਤਾਨ 'ਚ ਕਹੋ ਨਾ ਮੈਂ ਤੇਰੇ ਨਾਲ ਮੁਹੱਬਤ ਕਰਦਾ, ਪਿਆਰ ਕਰਦਾ, ਤੂੰ ਮੈਨੂੰ ਕੀ ਦੇਂਗਾ, ਕਰ ਦੇਂਗਾ, ਸੂਟ ਲੈ ਕੇ ਦੇਂਗਾ। ਅੰਦਾਜ਼ਾ ਲਾਓ ਸਰ, ਮੇਰੇ ਵਰਗਾ ਬੰਦਾ ਵੀ ਅੱਜ ਦੇ ਜ਼ਮਾਨੇ 'ਚ ਅਗਰ ਪਾਕਿਸਤਾਨ ਕਿਸੇ ਔਰਤ ਨੂੰ ਕਹਿੰਦਾ ਕਿ ਯਾਰ ਮੈਨੂੰ ਇੰਨੇ ਲੋਕ ਚਾਹਨੇ ਵਾਲੇ, ਫੋਲੋ ਕਰਨ ਵਾਲੇ, ਇਨ ਦਾ ਸੈਂਸ ਇਹ ਨਹੀਂ ਕਿ ਕੋਈ ਗੁਰੂ ਸ਼ੁਰੂ, ਪੀਰ ਸ਼ੀਰ ਬਾਬਾ, ਨਾ ਨਾਟ ਐਟ ਆਲ, ਕਿ ਯਾਰ ਇੱਕ ਖੂਬਸੂਰਤ ਆਦਮੀ ਹੈ, ਮਾਦਾ ਪ੍ਰਸਤੀ ਦੇ ਨਹੀਂ ਬਿਲੀਵ ਕਰਦਾ, ਸਿਹਤਮੰਦ ਹੈ, ਅੱਛੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਅੱਛੇ ਲੀੜੇ ਪਾਉਂਦਾ ਆ। ਉਹ ਜੀ ਨਹੀਂ ਨਹੀਂ, ਲੀੜੇ ਲੂੜੇ ਸਾਨੂੰ ਕੀ ਮਿਲੇਗਾ ਜੀ, ਸਾਡੇ ਕੱਚੇ ਬਰਾ ਦਾ ਕੀ, ਮੈਂ ਤੇ 10,000 ਦਾ ਬਰਾ ਪਾਣੀ ਹੈ, ਮੈਂ ਤੇ 10,000 ਦਾ ਬਰਾ ਪਾਣੀ ਹੈ। ਨਿਕਲੋ ਇਹਨਾਂ ਚੀਜ਼ਾਂ ਤੋਂ, ਭੈਣ ਚੋਦੋ, ਕੁੱਤੋ, ਹਰਾਮਜ਼ਾਦੋ, ਦੱਲੋ, ਨਿਕਲੋ ਇਹਨਾਂ ਚੀਜ਼ਾਂ ਤੋਂ, ਨਿਕਲੋ।
ਲਿਵ ਨੈਚੁਰਲ, ਉਤਾਰ ਦਿਓ ਕੱਪੜੇ, ਨੰਗੇ ਫਿਰੋ। ਗਾਂਧੀ ਨੰਗਾ ਫਿਰਦਾ ਹੁੰਦਾ ਸੀ। ਗਾਂਧੀ 5 ਲੜਕੀਆਂ ਨਾਲ ਨੰਗੀਆਂ ਚਲਾਦਾ ਸੀ। ਹੀਰੋ ਹੈ ਮੇਰਾ ਗਾਂਧੀ। ਉਹ ਨਿਕਲ ਜਾਓ ਇਸ ਚੀਜ਼ਾਂ ਤੋਂ। ਦਿਸ ਇਜ਼ ਨਥਿੰਗਨੈਸ। ਪਿਆਰ ਮੁਹੱਬਤ ਦੀ ਪਾਕਿਸਤਾਨ ਇੰਡੀਆ ਨੂੰ ਇਕੱਠਾ ਕਰਨ ਦੀ ਹੈ। ਠੀਕ ਹੈ ਨਾ ਜੀ। ਇਹ ਜਿਹੜੇ ਤੁਹਾਡੇ ਵੱਡੇ become absolutely transparent up front, kun fayakun। कोई तकलीफ नहीं, कोई मिर्जे मुर्जे इंजीनियर नजर चौहान कोई भी नहीं। ਤੁਸੀਂ ਆਪ, ਤੁਹਾਡੇ ਅੰਦਰ ਖੁਦਾ, ਇਹ ਕਾਇਨਾਤ, ਕਾਸਮਿਕ ਡਾਂਸ ਕਰੋ ਇਹਦੇ ਚ, ਬਸ ਘੁੰਮੀ ਜਾਓ। ਠੀਕ ਹੈ। ਵਰਲਿੰਗ ਦਰਵੇਸ਼ਸ, ਡਾਂਸ ਆਫ ਦ ਵਰਲਿੰਗ ਦਰਵੇਸ਼ਸ। ਕੱਲ ਤੱਕ ਲਈ ਇਜਾਜ਼ਤ, ਅੱਲਾ ਨੇ।